ਅੱਗੇ ਵਧਦੇ ਹਾਂ। ਅੱਜ ਦਾ ਸਵਾਲ ਕਿ 26 ਜਨਵਰੀ ਤੋਂ ਪਹਿਲਾਂ ਮਸਲੇ ਦਾ ਹੱਲ ਨਿਕਲੇਗਾ। ਇਹ ਅਸੀਂ ਆਪਣੇ ਦਰਸ਼ਕਾਂ ਨੂੰ ਜੋੜ ਰਹੇ ਹਾਂ ਆਪਣੇ ਨਾਲ, ਤੇ ਇਸ ਕਰਕੇ ਤੁਸੀਂ ਆਪਣੀ ਰਾਏ ਸਾਡੇ ਤੱਕ ਜ਼ਰੂਰ ਪਹੁੰਚਾਓ। ਅਸੀਂ 26 ਜਨਵਰੀ ਦਾ ਜ਼ਿਕਰ ਕਿਉਂ ਕਰ ਰਹੇ ਹਾਂ? ਦੇਖੋ, ਦੇਸ਼ ਦਾ ਗਣਰਾਜ ਦਿਹਾੜਾ ਹੁੰਦਾ ਹੈ 26 ਜਨਵਰੀ, ਬਹੁਤ ਅਹਿਮ ਦਿਨ, ਜਦੋਂ ਪੂਰੀ ਦੁਨੀਆ ਰਾਜਪਥ ਦੇ ਉੱਤੇ ਉਹਨਾਂ ਦੀ ਨਜ਼ਰਾਂ ਹੁੰਦੀਆਂ ਨੇ। ਵੱਡੇ ਮਹਿਮਾਨ ਪਹੁੰਚਦੇ ਨੇ। ਇਸ ਵਾਰ ਬ੍ਰਿਟਨ ਤੋਂ ਵੱਡੇ ਮਹਿਮਾਨ ਪਹੁੰਚਣਗੇ। ਤਾਂ ਸਵਾਲ ਇਹੀ ਹੈ ਕਿ 26 ਜਨਵਰੀ ਤੋਂ ਪਹਿਲਾਂ ਕਿ ਇਸ ਪੂਰੇ ਰੇੜਕੇ ਦਾ ਹੱਲ ਕੇਂਦਰ ਦੀ ਸਰਕਾਰ ਕੱਢਣ ਦੇ ਵਿੱਚ ਕਾਮਯਾਬ ਰਹੇਗੀ ਜਾਂ ਨਹੀਂ। ਤਾਂ ਤੁਸੀਂ ਜ਼ਰੂਰ ਆਪਣੀ ਰਾਏ ਸਾਡੇ ਤੱਕ ਪਹੁੰਚਾਓ। ਜੇਕਰ ਤੁਹਾਨੂੰ ਲੱਗ ਰਿਹਾ ਕਿ ਹਾਂ 26 ਤਰੀਕ ਤੱਕ ਮਾਮਲਾ ਹੱਲ ਹੋ ਸਕਦਾ ਹੈ ਤਾਂ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ Y। ਜੇਕਰ ਤੁਹਾਨੂੰ ਲੱਗਦਾ ਕਿ ਨਹੀਂ 26 ਤੱਕ ਵੀ ਮਸਲਾ ਹੱਲ ਨਹੀਂ ਹੋਣਾ ਤਾਂ ਟਾਈਪ ਕਰੋ News18 ਸਪੇਸ ਦੇ ਕੇ PHH ਸਪੇਸ ਦੇ ਕੇ N। ਭੇਜ ਦਿਓ ਉਸ ਨੂੰ 56677 ਦੇ ਉੱਤੇ। ਅਸੀਂ ਤੁਹਾਡੀ ਰਾਏ ਇਸ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਦਿਖਾਵਾਂਗੇ। ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ। ਸਾਡੇ ਨਾਲ ਡਾਕਟਰ ਕੇਸਰ ਸਿੰਘ ਭੰਗੂ ਜੀ ਜੁੜ ਰਹੇ ਨੇ, ਖੇਤੀਬਾੜੀ ਮਾਹਰ ਨੇ, ਤੇ ਇਸ ਦੇ ਨਾਲ ਬੀਜੇਪੀ ਤੋਂ ਅਨਿਲ ਸਰੀਨ ਸਾਹਿਬ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਚਰਚਾ ਦੀ ਸ਼ੁਰੂਆਤ ਸਰੀਨ ਸਾਹਿਬ, ਪਹਿਲਾ ਸਵਾਲ ਤੁਹਾਨੂੰ। ਸਰ, 7 ਦੌਰ ਦੀ ਮੀਟਿੰਗ ਹੋ ਗਈ ਹੈ। ਅੱਜ ਤਾਂ ਬਹੁਤ ਉਮੀਦ ਸੀ, ਕੋਈ ਪਲਾਨ ਨਹੀਂ ਦਿਖਿਆ ਸਰਕਾਰ ਕੋਲ ਕਿ ਅੱਜ ਅਸੀਂ ਕਿਸਾਨਾਂ ਨੂੰ ਪਲਾਨ ਦੱਸ ਦਈਏ ਕਿ ਆਹ ਸਾਡਾ ਪਲਾਨ ਹੈ, ਗੱਲਬਾਤ ਫਾਈਨਲ ਕਰੋ, ਖਤਮ ਕਰੀਏ ਸਭ ਕੁਝ, ਰੇੜਕਾ ਖਤਮ ਕਰੀਏ। ਅੱਜ ਵੀ ਕੋਈ ਠੋਸ ਪਲਾਨ ਤੁਸੀਂ ਨਹੀਂ ਦੇ ਸਕੇ। नहीं गौरव जी, ऐसा नहीं है। गलबात पहला भी होंदी रही है और अज भी गल अगे वधी है। सवाल सिर्फ इन्ना है कि जिस तरह की एक साइड की मंग हैगी कि सिर्फ रद्द किए बिना असीं गल नहीं करनी, उत्थे आके डिक्का पै जांदा। सरकार बड़े खुले मन नाल कह रही है कि तुहानूं कानूनां तो जो भी शिकायत हैगी असीं हर शिकायत नूं दूर करने वास्ते तैयार हाँ। तुसीं एक एक क्लॉज डिस्कस करनी है वो कर लो, ताकि असी हर एक क्लॉज का जो तुहाडे मुताबक उहदे च कमी पेशी हैगी असी उहनूं भी अमेंड कर दिंदे आ। लेकिन किसान जथेबंदियां दा इह कहना है कि इह रद्द किते गल नहीं पांदी। क्लीयर विच कोई किंतु परंतु नहीं, वो साफ कह रहे हैं कि असी तां गल करनी नहीं खेती कानूनां उत्ते, ਤਾਂ ਸਰਕਾਰ ਨੂੰ ਨਵਾਂ ਬਦਲਦਾ ਸੋਚਣਾ ਹੋਏਗਾ। ਇਹ ਤੁਸੀਂ ਵੀ ਸਮਝੋ ਇਸ ਚੀਜ਼ ਨੂੰ, ਕਿਉਂਕਿ ਦੇਖੋ ਹਰਮੀਤ ਕਾਦੀਆਂ ਅੱਜ ਬਾਹਰ ਆਏ ਮੀਟਿੰਗ ਤੋਂ ਬਾਅਦ। ਹਰਮੀਤ ਕਾਦੀਆਂ ਨੇ ਕੀ ਕਿਹਾ? ਹਰਮੀਤ ਕਾਦੀਆਂ ਕਹਿੰਦੇ ਕਿ ਸਾਰੇ ਕਿਸਾਨ ਆਗੂ 40 ਦੇ 40 ਹੱਥ ਖੜੇ ਕਰਕੇ ਟੇਬਲ ਵਜਾ ਕੇ ਅੱਜ ਕਿਹਾ ਇਸ ਸਰਕਾਰ ਨੂੰ ਕਿ ਕਾਨੂੰਨ ਵਾਪਸ ਕਰੋ, ਅਸੀਂ ਇਸ ਦੇ ਉੱਤੇ ਤਾਂ ਕੋਈ ਗੱਲ ਕਰਨੀ ਨਹੀਂ। ਯਾਨੀ ਸਰਕਾਰ ਨੂੰ ਇਹ ਚੀਜ਼ ਤਾਂ ਕਲੀਅਰ ਹੈ ਕਿ ਕਿਸਾਨ ਹੋਰ ਕਿਸੇ ਪੁਆਇੰਟ ਤੇ ਨਹੀਂ ਮੰਨਣਗੇ। ਦੇਖੋ, ਅਸੀਂ ਫਿਰ ਵੀ ਉਮੀਦ ਕਰਦੇ ਹਾਂ ਕਿ ਆਪਸ ਵਿੱਚ ਇਹਦਾ ਕੋਈ ਨਾ ਕੋਈ ਰਸਤਾ ਨਿਕਲੇਗਾ, ਕਿਉਂਕਿ ਸਰਕਾਰ ਖੁੱਲੇ ਮਨ ਨਾਲ किसानों वास्ते ही कानून लियाई है और किसानों के वेलफेयर वास्ते लियाए है। जो कमियां वो तो दूर की जा सकदियां ने, लेकिन आप इस अड़ी ते आ जाइए कि जी कानून रद्द होणगे तां ही आपां मनना हैगा, और यही कारण है जिहदे करके गलबात अगे नहीं वध पा रही। और किसान कहंदे सरकार अड़ी ते आई हुई है कि कानून रद्द नहीं करने, बाकी जो मर्जी करा लो। नहीं, सरकार अड़ी ते है, वो कहंदे सरकार अड़ी ते नहीं। कुछ सरकार कित्थों अड़ी ते है? सरकार ते खुले मन नाल कहंदी भी दसो इह कमी किहड़ी हैगी, ਅਸੀਂ ਉਹ दूर करदे आ। फिर गल की रह जांदी है? नहीं, फिर जे तुसी कह रहे हो कि पूरा कानून असी बदल रहे हैं, फिर तो कैंसल कर दो, फिर तो थोनू उस दे विच भी की दिक्कत है? नहीं गौरव जी, मैं किते नहीं कहा कि पूरा कानून बदल रहा। मैं कह रहा कि जिथे जिथे उन्हां नूं कोई लगदा है कि कानून च कमी हैगी है और ये साडे हितां च नहीं हैगा, सरकार उन्हां क्लॉजेस नूं अमेंड करने वास्ते बिल्कुल तैयार है। और किसानां वास्ते कानून लिआंदा, किसानां दी तसल्ली होनी चाहिए। मैं इस गल असीं किसानां नाल खड़े हां, पंजाब बीजेपी किसानां नाल खड़ी है। किसान साडे ਭੈਣ ਭਰਾ ਨੇ ਜਿਹੜੇ ਉੱਥੇ ਬੈਠੇ ਨੇ ਠੰਡ ਦੇ ਵਿੱਚ, ਉਹ ਵੀ ਸਾਡੇ ਭੈਣ ਭਰਾ ਨੇ। ਔਰ ਸਰਕਾਰ ਜਿਹੜੀ ਕੇਂਦਰ ਦੀ ਹੈਗੀ ਉਹ ਵੀ ਕਿਸਾਨਾਂ ਦੇ ਪ੍ਰਤੀ ਬਹੁਤ ਸੰਵੇਦਨਸ਼ੀਲ ਹੈ, ਔਰ ਇਸੇ ਪਿੱਛੇ ਹੀ ਲਗਾਤਾਰ ਗੱਲਾਂ ਤੇ ਗੱਲਬਾਤ ਅੱਗੇ ਚੱਲਦੀ ਪਈ ਹੈ। ਨਹੀਂ ਸਰੀਨ ਸਾਹਿਬ, ਦੇਖੋ ਕਿਸਾਨਾਂ ਦੇ ਨਾਲ ਅਸੀਂ ਖੜੇ ਆ ਜਾਂ ਕਿਸਾਨਾਂ ਦੇ ਨਾਲ ਕੋਈ ਹੋਰ ਪਾਰਟੀ ਖੜੀ ਹੈ, ਇਹ ਗੱਲਾਂ ਸਾਰੀਆਂ ਬਹੁਤ ਪਿੱਛੇ ਰਹਿ ਚੁੱਕੀਆਂ ਨੇ, ਤੁਸੀਂ ਵੀ ਸਮਝਦੇ ਹੋ। ਮੈਂ ਤੁਹਾਡੇ ਕੋਲ ਵਾਪਸ ਆਉਣਾ। ਸਾਡੇ ਨਾਲ ਡਾਕਟਰ ਕੇਸਰ ਸਿੰਘ ਭੰਗੂ ਜੀ ਨੇ। ਸਰ, ਅੱਜ ਦੀ ਜਿਹੜੀ ਪੂਰੀ ਮੀਟਿੰਗ ਹੋਈ ਹੈ, ਕੁਝ ਹਾਸਲ ਹੋਇਆ ਜਾਂ ਸੋਮਵਾਰ ਸਵੇਰ ਤੇ ਸੋਮਵਾਰ ਸ਼ਾਮ ਦੇ ਵਿੱਚ ਜਾਂ ਸੋਮਵਾਰ ਰਾਤ ਦੇ ਵਿੱਚ ਕੋਈ ਫਰਕ ਨਹੀਂ ਨਜ਼ਰ ਆ ਰਿਹਾ ਕਿ ਨਹੀਂ ਜੋ ਪਹਿਲਾਂ ਸੀ, ਜੋ ਐਤਵਾਰ ਨੂੰ ਗੱਲ ਸੀ ਉਹੀ ਅੱਜ ਹੁਣ ਵੀ ਉਹੀ ਗੱਲ ਹੈ? ਨਹੀਂ ਗੌਰਵ ਜੀ, ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਗੱਲਬਾਤ ਜਿਹੜੀ ਜਾਰੀ ਰਹਿਣੀ ਚਾਹੀਦੀ ਹੈ, ਹੁਣ 8 ਤਰੀਕ ਜਿਹੜੀ ਆ ਗਈ ਤੇ ਇਹ ਚੰਗੀ ਗੱਲ ਹੈ ਕਿ ਗੱਲਬਾਤ ਜਾਰੀ ਹੈ। ਠੀਕ ਹੈ, ਪਰ ਇੱਕ ਮੈਂ ਜਿਵੇਂ ਪਹਿਲਾਂ ਗੱਲ ਕਹਿਣੀ ਚਾਹੁੰਦਾ ਸੀ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਕੇਂਦਰ ਸਰਕਾਰ ਜਿਹੜੇ ਵੀ ਕਾਨੂੰਨ ਲਿਆ ਰਹੀ ਹੈ, ਉਹ ਭਾਵੇਂ ਖੇਤੀਬਾੜੀ ਦੇ ਕਾਨੂੰਨ ਨੇ ਜਾਂ ਲੇਬਰ ਕੋਡਸ ਨੇ ਜਾਂ ਹੋਰ ਅਮੈਂਡ ਕੀਤੇ ਜਾ ਰਹੇ ਨੇ ਜਾਂ ਨਵੇਂ ਲਿਆਂਦੇ ਜਾ ਰਹੇ ਨੇ, ਉਹਨਾਂ ਦੇ ਵਿੱਚ ਦੋ ਗੱਲਾਂ ਜਿਹੜੀਆਂ ਕਾਮਨ ਨੇ, ਅਹਿਮ ਨੇ। ਪਹਿਲੀ ਗੱਲ ਹੈ ਕਿ ਕੇਂਦਰ ਦਾ ਬੋਲਬਾਲਾ ਉਹਨਾਂ ਕਾਨੂੰਨਾਂ ਰਾਹੀਂ ਵਧਾਇਆ ਜਾ ਰਿਹਾ ਹੈ ਜਿਹੜਾ ਕਿ ਸਿੱਧਾ ਹੀ ਸਿੱਧਾ ਫੈਡਰਲ ਸਟਰਕਚਰ ਤੇ ਇੱਕ ਸੱਟ ਹੈ। ਦੂਸਰਾ ਜਿਹੜਾ ਇਸ਼ੂ ਹੈ ਸਾਰੇ ਕਾਨੂੰਨਾਂ 'ਚ ਕਾਮਨ
ਕਿ ਐਡੀ ਵੱਡੀ ਆਪਣਾ ਦੇਸ਼ ਹੈ, ਡੈਮੋਕ੍ਰੇਸੀ ਹੈ, ਇਸ ਦੇ ਵਿੱਚ ਲੋਕਾਂ ਨੂੰ ਕਚਹਿਰੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਕਿ ਜਿਹੜੇ ਸਰਕਾਰ ਦੇ ਅਫੀਸਰ ਨੇ, SDM ਨੇ, DC ਨੇ, ਉਹੀ ਤੁਹਾਡੇ ਫੈਸਲੇ ਕਰ ਦੇਣਗੇ, ਜਿਹੜੀ ਕਿ ਠੀਕ ਨਹੀਂ ਹੈ। ਇਹ ਸਾਰੇ ਕਾਨੂੰਨਾਂ 'ਚ ਹੈ, ਭਾਵੇਂ ਉਹ ਅਮੈਂਡਡ ਨੇ ਕਾਨੂੰਨ, ਭਾਵੇਂ ਉਹ ਨਵੇਂ ਕਾਨੂੰਨ ਜਿਹੜੇ ਕੇਂਦਰ ਸਰਕਾਰ ਲੈ ਕੇ ਆ ਰਹੀ ਹੈ। ਠੀਕ ਹੈ। ਜਿੱਥੋਂ ਤੱਕ ਖੇਤੀ ਦੇ ਕਾਨੂੰਨਾਂ ਦੀ ਗੱਲ ਹੈ, ਸਰੀਨ ਸਾਹਿਬ ਵੀ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਦੀ ਭਲਾਈ ਲਈ ਲਿਆਂਦੇ ਨੇ। ਲਗਭਗ ਸਾਰੇ ਸੂਬਿਆਂ ਦੇ ਵਿੱਚ ਸਾਰੀਆਂ ਯੂਨੀਅਨ, ਹਰ ਤਰ੍ਹਾਂ ਦੇ ਕਿਸਾਨ, ਹਰ ਤਰ੍ਹਾਂ ਦੇ ਮਜ਼ਦੂਰ ਕਹਿੰਦੇ ਸਾਨੂੰ ਇਹ ਕਾਨੂੰਨ ਚਾਹੀਦਾ ਹੀ ਨਹੀਂ। ਫਿਰ ਭਲਾਈ ਉਹਨਾਂ ਦੀ ਕਾਹਦੀ ਹੈ? ਫਿਰ ਭਲਾਈ ਇਹਦੇ ਵਿੱਚ ਇਹੀ ਹੈ ਕਿ ਸਰਕਾਰ ਇੱਕ ਵਾਰੀ ਆਪਣੇ ਕਾਨੂੰਨ ਵਾਪਸ ਲੈ ਲੇ, ਦੁਬਾਰ ਤੋਂ ਜਿਹੜੇ ਵੀ ਸਟੇਕ ਹੋਲਡਰਸ ਨੇ, ਫਾਰਮਰਸ ਨੇ, ਆੜਤੀਏ ਨੇ, ਖੇਤ ਮਜ਼ਦੂਰ ਨੇ, ਐਕਸਪਰਟਸ ਨੇ, ਸਰਕਾਰ ਹੈ, ਇਹ ਬੈਠ ਕੇ ਨਵੇਂ ਕਾਨੂੰਨ ਬਣਾ ਲੈਣ। ਇਹਦੇ 'ਚ ਕਿੱਡੀ ਕੁ ਵੱਡੀ ਗੱਲ ਹੈ? ਨਹੀਂ ਡਾਕਟਰ ਸਾਹਿਬ, ਮੈਂ ਵਿਚਾਲੇ ਰੋਕ ਰਿਹਾ, ਤੁਹਾਨੂੰ ਮਾਫੀ ਚਾਹੂੰਗਾ। ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਕਿਸੇ ਟੇਬਲ ਦੇ ਉੱਤੇ ਬੈਠ ਕੇ ਕੋਈ ਗੱਲਬਾਤ ਹੁੰਦੀ ਹੈ ਤਾਂ ਫਿਰ ਉਹ ਤਾਂ ਨੈਗੋਸ਼ੀਏਸ਼ਨ ਵਾਸਤੇ ਹੁੰਦੀ ਹੈ ਨਾ? ਉਹ ਇੱਕ ਪੁਆਇੰਟ ਦੇ ਉੱਤੇ ਤਾਂ ਨਹੀਂ ਹੋ ਸਕਦੀ ਕਿ ਠੀਕ ਹੈ ਮੈਂ ਆਪਣਾ ਇੱਕ ਏਜੰਡਾ ਲੈ ਕੇ ਗਿਆ ਤੇ ਉਸ ਤੇ ਜਾ ਕੇ ਮੈਂ ਉੱਥੇ ਹੀ ਕਨਕਲੂਡ ਕਰਾਂ। ਕਿ ਜਦੋਂ ਟੇਬਲ ਤੇ ਗੱਲਬਾਤ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਨੈਗੋਸ਼ੀਏਟ ਕਰਨ ਵਾਸਤੇ ਹੁੰਦੀ ਹੈ। ਤੁਹਾਨੂੰ ਲੱਗਦਾ ਹੈ ਕਿ ਜ਼ਰੂਰ ਕਿਸਾਨਾਂ ਨੂੰ ਸੋਚਣਾ ਚਾਹੀਦਾ ਕਿ ਜੇ ਸਰਕਾਰ, ਜਿਵੇਂ ਤੁਸੀਂ SDM ਜਾਂ DC ਵਾਲਾ ਜ਼ਿਕਰ ਕਰ ਰਹੇ ਹੋ, ਜਾਂ ਕੰਟਰੈਕਟ ਫਾਰਮਿੰਗ ਦਾ ਜ਼ਿਕਰ ਕਰ ਰਹੇ ਹੋ, ਜਾਂ ਫਿਰ ਕੋਈ ਹੋਰ ਖਦਸ਼ੇ ਨੇ ਕਾਨੂੰਨਾਂ ਦੇ ਵਿੱਚ, ਕਿ ਸਰਕਾਰ ਕਹਿੰਦੀ ਕਿ ਠੀਕ ਹੈ ਅਸੀਂ ਉਸ ਦੇ ਵਿੱਚ ਅਮੈਂਡਮੈਂਟ ਕਰਨ ਨੂੰ ਤਿਆਰ ਹਾਂ, ਕੋਈ ਪ੍ਰੋਬਲਮ ਹੀ ਨਹੀਂ ਹੈ। ਮੈਂ ਇਕਨੋਮਿਕਸ ਦਾ ਵਿਦਿਆਰਥੀ ਹੋਣ ਦੇ ਨਾਤੇ ਜੀ ਇਹ ਕਹਿ ਸਕਦਾ ਕਿ ਜਿਹੜੇ ਤਿੰਨੇ ਕਾਨੂੰਨ ਨੇ ਇਹ ਇਕੱਲੇ ਕਿਸਾਨਾਂ ਦੇ ਖਿਲਾਫ ਨਹੀਂ ਹਨ, ਇਹ ਆਮ ਲੋਕਾਂ ਦੇ ਖਿਲਾਫ ਵੀ ਨੇ ਜੀ। ਇਸ ਲਈ ਜਿਹੜੀ ਕਿਸਾਨਾਂ ਦੀ ਇਕੱਲੀ ਸਪੋਰਟ ਨਹੀਂ ਜਿਹੜੀ ਉਹਨਾਂ ਦੀ ਅੰਦੋਲਨ 'ਚ ਮਿਲ ਰਹੀ, ਆਮ ਲੋਕਾਂ ਦੀ, ਡਾਕਟਰ, ਵਕੀਲ, ਪੁਰਾਣੇ ਆਪਣੇ ਸਾਬਕਾ ਸੈਨਿਕ, IAS ਅਫੀਸਰ, ਰਿਟਾਇਰਡ, ਜਿਹੜੇ ਜਿੰਨੇ ਕਿਸਮ ਦੇ ਲੋਕ ਨੇ, ਉਹ ਸਾਰੇ ਉਹਨਾਂ ਨੂੰ ਸਪੋਰਟ ਦੇ ਰਹੇ ਨੇ। ਇੱਥੇ ਆਪਾਂ ਨੂੰ ਸਮਝ ਲੈਣਾ ਚਾਹੀਦਾ ਕਿ ਕਾਨੂੰਨਾਂ 'ਚ ਕੋਈ ਬਹੁਤ ਵੱਡੀ ਪ੍ਰੋਬਲਮ ਹੈ। ਜੇ ਆਪਾਂ, ਜਿਵੇਂ ਹੁਣ ਤੁਸੀਂ ਉਹ ਕਿਹਾ ਕਿ ਇੱਕ ਕਾਨੂੰਨ 'ਚ ਜੇ 90 ਜਾਂ 95% ਉਹ ਤਬਦੀਲੀਆਂ ਕਰਕੇ ਫਿਰ ਉਹ ਕਾਨੂੰਨ 'ਚ ਕੀ ਰਹਿ ਜਾਏਗਾ? ਇਸ ਲਈ ਉਹ ਕਾਨੂੰਨ ਨੂੰ ਹਟਾ ਕੇ ਕਾਨੂੰਨ ਜਿਹੜਾ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਕੇ ਨਵੇਂ ਕਾਨੂੰਨ ਬਣਾ ਲੈਣੇ ਚਾਹੀਦੇ ਨੇ ਜੀ। ਮੈਂ ਇੱਕ ਜਿਵੇਂ ਗੱਲ ਕਰਨੀ, ਨਹੀਂ ਸਰ ਕੰਪਲੀਟ ਕਰ ਲਓ ਤੁਸੀਂ। ਹਾਂ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇੱਕ ਐਗਜ਼ਾਮਪਲ ਦੇ ਤੌਰ ਤੇ ਸਾਰੇ ਧਰਮਾਂ ਦੇ ਵਿੱਚ, ਸਾਰੇ ਲੋਕਾਂ ਦੇ ਵਿੱਚ ਜਿਹੜੀ ਜ਼ਖੀਰੇਬਾਜ਼ੀ ਆ, ਜਿਹੜੀ ਜਮਾ ਕਰਦੇ ਆ ਆਪਾਂ, ਉਹਨੂੰ ਪਾਪ ਸਮਝਿਆ ਜਾਂਦਾ ਕਿ ਇਹ ਜ਼ਖੀਰੇਬਾਜ਼ ਹੈ, ਸ਼ਬਦ ਮਾੜਾ। ਇਹ ਆਪਾਂ ਉਹਨੂੰ ਲੀਗਲਾਈਜ਼ ਕਰਦੇ ਕਿ ਉਹ ਕਿੰਨਾ ਮਰਜ਼ੀ ਆਪਣਾ ਭੰਡਾਰ ਕਰ ਲੇ, ਇਕੱਠਾ ਕਰ ਲੇ, ਤੇ ਇਹ ਲੋਕਾਂ ਦੇ ਵਿਰੁੱਧ ਹੀ ਵਰਤਿਆ ਜਾਏਗਾ। ਆਮ ਲੋਕਾਂ ਦੇ, ਜਿਹੜਾ ਕਿਸਾਨਾਂ ਦੇ ਵਿਰੁੱਧ, ਉਹਨਾਂ ਤੋਂ ਸਸਤਾ ਲੈ ਕੇ ਲੋਕਾਂ ਨੂੰ ਮਹਿੰਗਾ ਵੇਚਿਆ ਜਾਏਗਾ। ਕੁਝ ਜਿਹੜੇ ਕਾਰਪੋਰੇਟ ਨੇ, ਸਾਰਾ ਬਿਜ਼ਨਸ ਉਹਨਾਂ ਕੋਲ ਚਲੇ ਜਾਏਗਾ। ਇਸ ਲਈ ਇਹ ਕਾਨੂੰਨ ਜਿਹੜੇ ਨੇ ਕਿਸਾਨਾਂ ਤੇ ਆਮ ਲੋਕਾਂ ਦੇ ਖਿਲਾਫ ਨੇ। ਇਹ ਸਰਕਾਰ ਨੂੰ ਇਹ ਸੋਚ ਲੈਣਾ ਚਾਹੀਦਾ। ਸਰੀਨ ਸਾਹਿਬ ਇਸ ਦੇ ਉੱਤੇ ਤੁਹਾਡਾ ਰਿਐਕਸ਼ਨ ਚਾਹਾਂਗਾ। ਦੇਖੋ, ਤੁਸੀਂ ਕਿਸਾਨਾਂ ਤੱਕ ਸੀਮਿਤ ਹੋ ਜਾਂ ਕਹੋ ਕਿ ਤੁਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਹੋ, ਪਰ ਡਾਕਟਰ ਸਾਹਿਬ ਹਰ ਚੀਜ਼ ਨੂੰ, ਅਰਥ ਸ਼ਾਸਤਰੀ ਨੇ, ਹਰ ਚੀਜ਼ ਨੂੰ ਸਮਝਦੇ ਨੇ। ਉਹ ਕਹਿੰਦੇ ਨੇ ਕਿ ਹਰ ਵਰਗ ਦੇ ਉੱਤੇ ਇਸ ਦਾ ਅਸਰ ਨਜ਼ਰ ਆ ਸਕਦਾ ਹੈ। ਤਾਂ ਕਿਉਂ ਇੱਕ ਪੁਆਇੰਟ ਦੇ ਉੱਤੇ ਆ ਕੇ ਸਰਕਾਰ ਇਸੀ ਗੱਲ ਤੇ ਅੜੀ ਹੋਈ ਹੈ ਕਿ ਨਹੀਂ, ਤੁਸੀਂ ਕਾਨੂੰਨ ਦੇ ਵਿੱਚ ਅਮੈਂਡਮੈਂਟ ਕਰਵਾਓ, ਅਸੀਂ ਰੱਦ ਨਹੀਂ ਕਰਨੇ? ਦੇਖੋ, ਮੈਂ ਇੱਕ ਕੁਝ ਸਾਡੀਆਂ ਮਜਬੂਰੀਆਂ ਜੇ ਕੁਝ ਬੋਲੀਏ ਤਾਂ ਉਹ ਵੀ ਕਈ ਵਾਰੀ ਬੜੀ ਅੱਗੇ ਤੱਕ ਚਲੇ ਜਾਂਦਾ ਹੈ। ਮੈਂ ਕੇਸਰ ਸਿੰਘ ਜੀ ਦਾ ਮੈਂ ਬਹੁਤ ਸਤਿਕਾਰ ਕਰਦਾ। ਮੈਨੂੰ ਇੱਕ ਚੀਜ਼ ਦੱਸੋ, ਇਹ ਕਾਨੂੰਨ ਜੇ ਨਾ ਸੀ, ਜੇ ਪਹਿਲਾਂ ਜੋ ਸਥਿਤੀ ਸੀਗੀ, ਤਦ ਵੀ ਸਾਡਾ ਕਿਸਾਨ ਕਿੰਨੀ ਖੁਦਕੁਸ਼ੀ ਕਰ ਰਿਹਾ ਸੀਗਾ ਔਰ ਕਿਸਾਨ ਬਦਹਾਲੀ 'ਚ ਸੀਗਾ। ਜਦੋਂ ਉਸਨੂੰ ਉਸ ਸਿਸਟਮ 'ਚੋਂ, ਜੋ ਪ੍ਰੈਜ਼ੈਂਟ ਸਿਸਟਮ ਚੱਲਦਾ ਪਿਆ, ਜਿਹਨੂੰ ਅਸੀਂ ਸਾਰੇ ਮੰਨਦੇ ਹਾਂ ਔਰ ਕੇਸਰ ਸਿੰਘ ਵੀ ਮੰਨਦੇ ਹੋਣਗੇ ਕਿ ਕਿਸਾਨ ਬਹੁਤ ਬਦਹਾਲੀ 'ਚ ਹੈਗਾ ਇਸ ਵੇਲੇ ਔਰ ਬਹੁਤ ਮਾੜੀ ਸਥਿਤੀ ਦੇ ਵਿੱਚ ਹੈਗਾ। ਅਸੀਂ ਪੰਜਾਬ 'ਚ ਦੇਖਦੇ ਪਿਆ, ਪੰਜਾਬ ਵਰਗਾ ਖੁਸ਼ਹਾਲ ਜਿਹੜਾ ਪ੍ਰਦੇਸ਼ ਹੈ, ਉਹਦੇ 'ਚ ਵੀ ਕਿਸਾਨ ਖੁਦਕੁਸ਼ੀ ਕਰ ਰਿਹਾ, ਕਰਜ਼ੇ 'ਚ ਡੁੱਬਿਆ ਪਿਆ। ਇਹਦਾ ਮਤਲਬ ਜੋ ਪ੍ਰੈਜ਼ੈਂਟ ਸਿਸਟਮ ਚੱਲ ਰਿਹਾ ਸੀਗਾ, ਉਹਦੇ ਵਿੱਚ ਕਿਤੇ ਨਾ ਕਿਤੇ ਬਹੁਤ ਵੱਡੀਆਂ ਕਮੀਆਂ ਹੈ ਜਿਨ੍ਹਾਂ ਨੂੰ ਦੂਰ ਕਰਨ ਦੀ ਲੋੜ ਹੈ, ਤਾਂ ਕਿ ਕਿਸਾਨ ਜਿਹੜਾ ਹੈਗਾ ਇਸ ਬਦਹਾਲੀ ਤੋਂ ਬਾਹਰ ਕੱਢਿਆ ਜਾ ਸਕੇ। ਠੀਕ ਹੈ। ਜਦੋਂ ਵੀ ਤੁਸੀਂ ਕੋਈ ਇਸ ਤਰ੍ਹਾਂ ਦਾ ਸਟੈਪ ਕਰੋਗੇ ਗੌਰਵ ਜੀ, ਇਹ ਤਾਂ ਨਹੀਂ ਹੁੰਦਾ ਕਿ 100% ਹਰ ਇੱਕ ਵਿਅਕਤੀ ਨੂੰ ਅਸੈਪਟੇਬਲ ਹੋ ਜਾਏ। ਇਹ ਤਾਂ ਕਦੀ ਵੀ ਨਹੀਂ ਹੁੰਦਾ। ਕੋਈ ਵੀ ਕਾਨੂੰਨ ਲੈ ਲਓ ਜਾਂ ਕੋਈ ਵੀ ਆਪਾਂ ਸੁਧਾਰ ਲੈ ਕੇ ਆਈਏ, ਤੇ ਉਹ ਕਦੀ ਨਹੀਂ ਹੁੰਦਾ ਕਿ ਸਾਰਿਆਂ ਨੂੰ 100% ਅਸੈਪਟੇਬਿਲਿਟੀ ਆ ਜਾਏ। ਮੰਨਦੇ ਆ ਜੇ ਜਿਵੇਂ ਕਿਸਾਨ ਭਰਾਵਾਂ ਨੇ ਕੁਝ ਦੱਸਿਆ ਹੈਗਾ ਕਿ ਵੀ ਅੱਜ ਸਾਡੇ ਆਹ ਪ੍ਰੋਬਲਮ ਅੱਜ, ਔਰ ਜਿਹੜੇ ਕਾਨੂੰਨ ਲਿਆਂਦੇ ਗਏ ਨੇ, ਮੈਂ ਅੱਗੇ ਵੀ ਪਿਛਲੀ ਮੀਟਿੰਗ ਜੀ ਤੁਹਾਡੇ ਨਾਲ ਆਪਾਂ ਕਈ ਵਾਰੀ ਡਿਸਕਸ ਕਰ ਚੁੱਕੇ ਹਾਂ ਕਿ ਕੋਈ ਇੱਕੋ ਦਿਨ 'ਚ ਨਹੀਂ ਆ ਗਏ ਜਾਂ ਇੱਕ ਰਾਤ 'ਚ ਨਹੀਂ ਆ ਗਏ ਜਾਂ ਸਿਰਫ ਐਸੇ ਸਰਕਾਰ ਦੇ ਪ੍ਰਯਾਸਾਂ ਨਾਲ ਨਹੀਂ ਆ ਗਏ।
2007 ਤੋਂ ਲਗਾਤਾਰ ਇਹ ਪ੍ਰਯਾਸ ਚੱਲਦੇ ਪਏ ਸੀਗੇ, ਕਿੰਨੀਆਂ ਕਮੇਟੀਆਂ ਬੈਠੀਆਂ, ਕੀ ਹੋਇਆ, ਉਹ ਸਾਰੀਆਂ ਉਸ ਦੀ ਕੰਟੀਨਿਊਟੀ ਸੀਗੇ ਕਿ ਸਿੰਘ ਜੀ ਸਾਹਿਬ ਦੇਖੋ ਤੁਸੀਂ ਲੈ ਕੇ ਆਏ ਹੋ, ਬੀਜੇਪੀ ਲੈ ਕੇ ਆਈ ਹੈ, ਸਵਾਲ ਤਾਂ ਤੁਹਾਨੂੰ ਹੀ ਹੋਣਗੇ ਪਿੱਛੇ ਕੀ ਹੋਇਆ ਸੀ, ਕਿਹਨੇ ਨਹੀਂ ਕੀਤਾ, ਉਹ ਤੁਸੀਂ ਚੀਜ਼ਾਂ ਸਾਹਮਣੇ ਰੱਖ ਰਹੇ ਹੋ। ਚਲੋ ਮੈਂ ਇੱਕ ਜਵਾਬ ਲੈਣਾ, ਮੈਂ ਸਰ ਤੁਹਾਡੇ ਕੋਲ ਆਉਣਾ, ਮੈਂ ਤੁਹਾਡੇ ਕੋਲ ਆਉਣਾ, ਮੈਂ ਡਾਕਟਰ ਸਾਹਿਬ ਤੋਂ ਇੱਕ ਜਵਾਬ ਲੈਣਾ। ਡਾਕਟਰ ਸਾਹਿਬ ਦੇਖੋ ਜੋ ਸਰੀਨ ਸਾਹਿਬ ਜ਼ਿਕਰ ਕਰ ਰਹੇ ਨੇ ਇਹ ਤਾਂ ਸੱਚ ਹੈ, ਇਹ ਸਾਡੇ ਸਾਹਮਣੇ ਹੈ ਕਿ ਕਰਜ਼ ਵੀ ਅੱਜ ਕਿਸਾਨ ਦੇ ਉੱਤੇ, ਕਿਸਾਨ ਖੁਦਕੁਸ਼ੀ ਵੀ ਕਰ ਰਿਹਾ। ਪੰਜਾਬ ਦਾ ਜ਼ਿਕਰ ਕਰ ਰਿਹਾ ਮੈਂ, ਵਿਦਰਭ ਮਹਾਰਾਸ਼ਟਰ ਦਾ ਕੋਈ ਜ਼ਿਕਰ ਨਹੀਂ ਕਰ ਰਿਹਾ, ਉੱਥੇ ਤਾਂ ਬਹੁਤ ਇਸ ਤੋਂ ਵੀ ਸ਼ਾਇਦ ਬੁਰੇ ਹਾਲ ਨੇ। ਪੰਜਾਬ ਦੇ ਵਿੱਚ ਖੁਦਕੁਸ਼ੀਆਂ ਦੀ ਖਬਰਾਂ ਵੀ ਆਉਂਦੀਆਂ ਨੇ, ਅਸੀਂ ਦੱਸਦੇ ਰਹਿੰਦੇ ਹਾਂ ਆਪਣੇ ਦਰਸ਼ਕਾਂ ਨੂੰ ਜੋ ਮੰਦਭਾਗੀਆਂ ਖਬਰਾਂ ਹੁੰਦੀਆਂ ਨੇ, ਤੇ ਦੂਜੇ ਪਾਸੇ ਹੋਰ ਵੀ ਬਹੁਤ ਸਾਰੀਆਂ ਦਿੱਕਤਾਂ ਹੈਗੀਆਂ ਨੇ। ਖੇਤੀ ਰਿਫਾਰਮਸ ਦਾ ਜ਼ਿਕਰ ਤਾਂ ਹੋ ਰਿਹਾ ਸੀ ਪਿਛਲੇ ਬਹੁਤ ਸਮੇਂ ਤੋਂ ਕਿ ਬਹੁਤ ਸਾਰੀਆਂ ਚੀਜ਼ਾਂ ਬਦਲਣ ਦੀ ਜ਼ਰੂਰਤ ਹੈ, ਕਿ ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਉਹ ਬਦਲੀਆਂ ਜਾ ਰਹੀਆਂ ਨੇ ਤਾਂ ਉਸ ਤਰੀਕੇ ਨਾਲ ਸੋਚਿਆ ਜਾਣਾ ਚਾਹੀਦਾ ਸੀ? ਸਾਡੇ ਜਿਹੜੇ ਐਕਸਪਰਟ ਨੇ, ਸਾਡੀ ਇੱਕ ਜਿਹੜੀ ਹੈ ਇੱਕ ਕਾਮਨ ਗੱਲ ਤੇ ਸਹਿਮਤੀ ਸੀ ਕਿ ਜੇ ਪੰਜਾਬ ਤੇ ਹਰਿਆਣੇ ਦਾ ਖੇਤੀ ਦਾ ਮਾਡਲ ਬਾਕੀ ਦੇਸ਼ ਤੇ ਲਾਗੂ ਹੁੰਦਾ ਤਾਂ ਬਾਕੀ ਦੇਸ਼ 'ਚ ਗਰੀਬੀ ਬਹੁਤ ਘਟੀ ਹੋਣੀ ਸੀ। ਜਿਹੜੀ ਪੰਜਾਬ ਦੇ ਵਿੱਚ ਰੂਰਲ ਪਾਵਰਟੀ ਜਿਹੜੀ ਅਸੀਂ ਕਹਿੰਦੇ ਆ, ਗ੍ਰੀਨ ਰੈਵੋਲੂਸ਼ਨ ਤੋਂ ਬਹੁਤ ਡਰਾਸਟਿਕਲੀ ਘਟੀ। ਅੱਜ ਵੀ ਪੰਜਾਬ 'ਚ ਪਾਵਰਟੀ ਬਹੁਤ ਘੱਟ ਹੈ, ਰੂਰਲ ਏਰੀਆ 'ਚ ਵੀ ਘੱਟ ਹੈ। ਬਿਲਕੁਲ। ਜੇ ਇਹੀ ਮਾਡਲ ਹਰਿਆਣੇ, ਪੰਜਾਬ ਤੇ ਹਰਿਆਣੇ ਦਾ ਰੈਪਲੀਕੇਟ ਕੀਤਾ ਜਾਂਦਾ ਪੂਰੇ ਦੇਸ਼ 'ਚ, ਤਾਂ ਪੂਰੇ ਦੇਸ਼ 'ਚ ਗਰੀਬੀ ਜਿਹੜੀ ਬਹੁਤ ਘਟ ਜਾਣੀ ਸੀ। ਜਿਹੜੀ ਤੁਸੀਂ ਸੁਸਾਈਡਸ ਦੀ ਗੱਲ ਕਰਦੇ ਉਹ ਕੋਈ ਰਿਫਾਰਮਸ ਨਾਲ ਨਹੀਂ ਹੁੰਦਾ। ਜੇ ਇਸ ਕਿਸਮ ਦੇ ਰਿਫਾਰਮਸ ਆਏ ਤਾਂ ਇਹ ਸੁਸਾਈਡ ਦਾ ਰੇਟ ਹੋਰ ਵਧੇਗਾ। ਜਿਹੜੇ ਕਿਸਾਨ ਮਜ਼ਦੂਰ ਨੇ ਉਹ ਹੋਰ ਜ਼ਿਆਦਾ ਸੁਸਾਈਡ ਕਰਨਗੇ। ਜਿਹੜੀ ਸਰੀਨ ਸਾਹਿਬ ਗੱਲ ਕਰਦੇ ਕਿ ਰਿਫਾਰਮਸ ਦੀ, ਮੈਂ ਇਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਭਾਵੇਂ ਕਾਂਗਰਸ ਨੇ ਰਿਫਾਰਮਸ ਦੀ ਗੱਲ ਕੀਤੀ, ਦੂਜੀ ਕੀਤੀ, ਪਰ ਲੋਕਾਂ ਨੇ ਉਹਨਾਂ ਨੂੰ ਨਕਾਰਿਆ। ਜੇ ਖੇਤੀ ਦੇ ਸੈਕਟਰ ਦੇ ਵਿੱਚ ਸਰੀਨ ਸਾਹਿਬ ਇਹ ਦਾਅਵਾ ਕਰਦੇ ਕਿ ਉਹਨਾਂ ਤੋਂ ਤਾਂ ਹੋਇਆ ਨਹੀਂ, ਅਸੀਂ ਕਰ ਦਿੱਤਾ, ਇਟ ਮੀਨਸ ਤੁਸੀਂ ਉਸ ਜਿਹੜੀ ਯੂਪੀਏ ਹੈ ਉਸ ਤੋਂ ਵੀ ਤੁਸੀਂ ਮਤਲਬ ਲੋਕ ਤੁਹਾਨੂੰ ਵੀ ਨਕਾਰ ਦੇਣਗੇ ਆਉਣ ਵਾਲੇ ਸਮੇਂ 'ਚ ਜੀ। ਕਿਉਂਕਿ ਜਿਹੜੀ ਮਤਲਬ ਤੁਸੀਂ ਸਰ ਇਹ ਕਹਿ ਰਹੇ ਹੋ, ਤੁਸੀਂ ਇਹ ਕਹਿ ਰਹੇ ਹੋ ਕਿ ਰਿਫਾਰਮਸ ਹੋਣੇ ਚਾਹੀਦੇ ਨੇ ਪਰ ਉਹਨਾਂ ਦੀ ਸ਼ਕਲ ਵੱਖਰੀ ਹੋਵੇ, ਕਿ ਇਸ ਤਰੀਕੇ ਨਾਲ ਆਹ ਕਾਨੂੰਨ ਨਾ ਹੋਵੇ, ਰਿਫਾਰਮਸ ਹੋਣੇ ਚਾਹੀਦੇ ਨੇ। ਰਿਫਾਰਮਸ ਜਿਹੜੇ ਨੇ ਉਹ ਕਿਸਾਨ ਤੇ ਮਜ਼ਦੂਰ ਪੱਖੀ ਹੋਣ। ਉਹ ਜਿਹੜਾ ਕਾਰਪੋਰੇਟ ਜਾਂ ਵਪਾਰ ਪੱਖੀ ਜਿਹੜਾ ਬਾਇਸ ਜਿਹੜਾ ਅਸੀਂ ਕਹਿੰਦੇ ਆ ਟ੍ਰੇਡ ਦਾ ਬਾਇਸ, ਉਹ ਨਾ ਹੋਵੇ। ਖੇਤੀ ਨੂੰ ਪ੍ਰਫੁੱਲਤ ਕਰਨ ਵਾਲੇ ਤੇ ਕਿਸਾਨਾਂ ਦੀ ਆਮਦਨ ਵਧਾਉਣ ਵਾਲੇ ਜਿਹੜੇ ਕਾਨੂੰਨ ਹੋਣੇ ਚਾਹੀਦੇ ਨੇ, ਰਿਫਾਰਮਸ ਉਸ ਕਿਸਮ ਦੇ ਹੋਣੇ ਚਾਹੀਦੇ ਨੇ। ਮੈਂ ਹੁਣ ਇੱਕ ਗੱਲ ਕਰਨੀ ਚਾਹੁੰਦਾ ਹੈ ਕਿ ਇਹ ਗੱਲ ਜਿਹੜੀ ਫੈਲਾਈ ਜਾ ਰਹੀ ਹੈ ਕਿ ਕਿਸਾਨ ਆਪਣੀ ਫਸਲ ਦੇਸ਼ ਵਿੱਚ ਕਿਤੇ ਮਰਜ਼ੀ ਵੇਚ ਸਕਦਾ ਹੈ, ਇਹ ਨਹੀਂ ਹੈਗਾ। ਤਾਂ ਉਲਟਾ ਕਿ ਵਪਾਰੀ ਦੇਸ਼ ਵਿੱਚੋਂ ਕਿਤੋਂ ਵੀ ਖਰੀਦ ਸਕਦਾ ਹੈ। ਇਹ ਰਿਐਲਿਟੀ ਤਾਂ ਇਹ ਆ। ਮੈਂ ਕਹਿੰਦਾ ਇਸ ਲਈ ਜਿਹੜੀ ਕਿਸਾਨ ਨੂੰ ਮੰਡੀ ਮਿਲੀ ਹੈ ਉਹਦੇ ਵਿੱਚ ਜਿਹੜੇ ਪ੍ਰੋਬਲਮਸ ਨੇ ਉਹਨਾਂ ਨੂੰ ਹੱਲ ਕਰਨਾ ਚਾਹੀਦਾ, ਨਾ ਕਿ ਉਹਨਾਂ ਨੂੰ ਹੋਰ ਪ੍ਰੋਬਲਮਸ ਦੇ ਵਿੱਚ। ਠੀਕ ਹੈ, ਮੈਂ ਸਰੀਨ ਸਾਹਿਬ ਤੋਂ ਰਿਐਕਸ਼ਨ ਲੈਣਾ। ਮੈਂ ਸਰ ਤੁਹਾਡੇ ਕੋਲ ਇੱਕ ਫਾਈਨਲ ਕਮੈਂਟ ਜ਼ਰੂਰ ਲਵਾਂਗਾ। ਸਰੀਨ ਸਾਹਿਬ ਇਸ ਦੇ ਉੱਤੇ ਤੁਹਾਡਾ ਕਮੈਂਟ ਚਾਹੀਦਾ। ਦੇਖੋ ਜੇ ਕਾਨੂੰਨ ਵਿਵਸਥਾ ਦਾ ਅਸੀਂ ਜ਼ਿਕਰ ਕਰਾਂ, ਮੈਂ ਐਗਜ਼ਾਮਪਲ ਲੈ ਰਿਹਾ ਕਿ ਜੇ ਪੁਲਿਸ ਹੈਗੀ ਆ, ਦੇਖੋ ਜੁਰਮ ਤਾਂ ਵੀ ਹੋ ਰਿਹਾ, ਘਟਨਾਵਾਂ ਚੋਰੀ ਦੀਆਂ ਡਕੈਤੀ ਦੀਆਂ ਤਾਂ ਵੀ ਹੋ ਰਹੀਆਂ ਨੇ। ਇਹਦਾ ਮਤਲਬ ਇਹ ਤਾਂ ਨਹੀਂ ਕਿ ਪੁਲਿਸ ਹਟਾ ਦਿਓ, ਤਾਂ ਪੁਲਿਸ ਤਾਂ ਤੁਹਾਨੂੰ ਰੱਖਣੀ ਹੋਏਗੀ। ਤੁਸੀਂ ਵਧਾ ਸਕਦੇ ਹੋ, ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਕਰ ਸਕਦੇ ਹੋ। ਇੰਨੀ ਵੱਡੀਆਂ ਪੁਲਿਸ ਹੈਗੀਆਂ ਨੇ, ਚੰਡੀਗੜ੍ਹ ਵਰਗਾ ਬਹੁਤ ਮਸ਼ਹੂਰ ਹੈ ਪੁਲਿਸ ਦਾ ਸਿਸਟਮ, ਘਟਨਾਵਾਂ ਤਾਂ ਇੱਥੇ ਵੀ ਹੁੰਦੀਆਂ ਨੇ। ਗੌਰਵ ਜੀ, ਤੁਸੀਂ ਤੁਹਾਡੀ ਗੱਲ 'ਚ ਤੁਹਾਡਾ ਜਵਾਬ ਹੈ ਕਿ ਘਟਨਾਵਾਂ ਹੁੰਦੀਆਂ ਨੇ ਤੇ ਪੁਲਿਸ ਨੂੰ ਮੁਸ਼ਤੈਦੀ ਨਹੀਂ ਕਰਨੀ ਚਾਹੀਦੀ ਤਾਂ ਕਿ ਉਹ ਵੀ ਘਟਨਾਵਾਂ ਨਾ ਹੋਣ। ਇਹੀ ਗੱਲ ਮੈਂ ਕਹਿ ਰਿਹਾ ਕਿ ਪੰਜਾਬ ਸਭ ਤੋਂ ਖੁਸ਼ਹਾਲ ਦੇਸ਼ ਖੇਤੀ ਦਾ ਹੋਣ ਦੇ ਬਾਵਜੂਦ, ਪ੍ਰਦੇਸ਼ ਜਿਹੜਾ ਸਾਡਾ ਪੰਜਾਬ ਹੈ ਉਹਦੇ ਬਾਵਜੂਦ ਕਿਸਾਨ ਬਦਹਾਲੀ 'ਚ ਹੈ। ਇਹ ਤਾਂ ਆਪਾਂ ਸਾਰੇ ਮੰਨਦੇ ਆ, ਇਸ ਨੂੰ ਕੋਈ ਡਿਨਾਈ ਨਹੀਂ ਕਰ ਸਕਦਾ। ਕਿਉਂ? ਜੇ ਫਿਰ ਦੂਸਰੀ ਚੀਜ਼ ਇਹ ਜਿਹੜੀ ਹੈਗੀ ਹੈ, ਇਹ ਤਾਂ ਹੈ ਨਹੀਂ ਜੀ ਕਿ ਉਹ ਕਿਸਾਨ ਤੇ ਥੋਪ ਦਿੱਤੀ ਗਈ ਹੈ, ਇਟ ਇਜ਼ ਆਪਸ਼ਨਲ। ਜੇ ਕਿਸਾਨ ਨੂੰ ਲੱਗਦਾ ਹੈ ਕਿ ਇਹ ਨਵਾਂ ਸਿਸਟਮ ਮੇਰੇ ਸੇ ਨਹੀਂ ਠੀਕ, ਤਾਂ ਨਾ ਕਰਨ, ਇਹ ਤਾਂ ਕੋਈ ਇਸ਼ੂ ਹੀ ਨਹੀਂਗਾ। ਨਹੀਂ ਸਰੀਨ ਸਾਹਿਬ, ਇਹ ਤਾਂ ਨਹੀਂ ਪੋਸੀਬਲ ਹੋਊਗਾ ਨਾ। ਇਹ ਤੁਸੀਂ ਵੀ ਸਮਝਦੇ ਹੋ। ਦੇਖੋ ਤੁਸੀਂ ਪੋਲੀਟੀਕਲ ਗੱਲ ਕੁਝ ਅਲੱਗ ਕਰੋ ਤਾਂ ਉਹ ਅਲੱਗ ਗੱਲ ਹੈ। ਜੇ 100 ਦੇ ਵਿੱਚੋਂ 50 ਕਿਸਾਨ ਮੰਡੀ ਜਾਣਾ ਬੰਦ ਕਰ ਗਏ ਤਾਂ ਮੰਡੀ ਤਾਂ ਖਤਮ ਹੋਏਗੀ। ਇਹ ਤੁਸੀਂ ਵੀ ਸਮਝਦੇ ਹੋ ਗੱਲ ਨੂੰ ਕਿ ਜੇ ਮੰਡੀ ਖਤਮ ਹੋਏਗੀ ਤਾਂ ਕਿਸਾਨ ਦਿੱਕਤ 'ਚ ਆਏਗਾ। ਉਹ ਜਿਹੜੇ 50-2 ਕਿੱਲਿਆਂ ਵਾਲੇ ਕਿਸਾਨ ਨੇ ਉਹਨਾਂ ਦਾ ਕੀ ਬਣੇਗਾ? ਸਰਕਾਰ ਕੀ ਕਰੇਗੀ? ਉੱਥੇ ਹੀ ਤਾਂ ਪੂਰਾ ਰੇਟ ਕਿਆ। ਚਲੋ ਮੇਰੇ ਕੋਲ ਸਮਾਂ ਬਹੁਤ ਘੱਟ ਹੈ, ਹੋਰ ਤਹਿਸ-ਨਹਿਸ ਹੋਏਗਾ। ਉਹਦੇ ਤੇ ਵੀ ਕਲੀਅਰ ਕਰ ਦੇਣਾ ਮੈਂ, ਉਹਦੇ ਤੇ ਵੀ ਥੋੜਾ ਜਲਦੀ ਸਰ, ਆਪਣੇ ਕੋਲ 30 ਸੈਕਿੰਡਸ ਹੀ ਨੇ। ਮੈਂ ਬਿਲਕੁਲ ਮੈਂ ਇਹ ਕਹਿ ਰਿਹਾ ਕਿ
ਸਰਕਾਰ ਦੀ ਅੜੀ ਤੇ ਤਾਂ ਆਵੇ ਜੇ ਸਰਕਾਰ ਇਹਨਾਂ ਦੀ ਗੱਲ ਨਾ ਮੰਨਦੀ ਹੋਵੇ। ਅਸੀਂ ਤਾਂ ਖੁੱਲੇ ਮਨ ਨਾਲ ਕਹਿੰਦੇ ਪਏ ਆ ਕਿ ਤੁਸੀਂ ਦੱਸੋ ਇਹਨਾਂ ਕਾਨੂੰਨਾਂ 'ਚ ਜਿਹੜੇ ਪ੍ਰੈਕਟੀਕਲੀ ਐਪਲੀਕੇਬਿਲਿਟੀ ਦੇ ਨਾਲ ਜੇ ਕੋਈ ਸਮੱਸਿਆਵਾਂ ਆਉਂਦੀਆਂ ਤੁਹਾਨੂੰ, ਅਸੀਂ ਉਹਨਾਂ ਸਮੱਸਿਆਵਾਂ ਨੂੰ ਜਦ ਦੂਰ ਕਰਨ ਵਾਸਤੇ ਤਿਆਰ ਹਾਂ, ਤੇ ਫਿਰ ਰੱਬ ਦੀ ਅੜੀ ਕਿਉਂ? ਮੇਰਾ ਸਿਰਫ ਇੰਨੀ ਬੇਨਤੀ ਹੈ, ਸਾਨੂੰ ਗੱਲਬਾਤ ਰਾਹੀਂ ਇਹਦਾ ਰਸਤਾ ਕਰਨਾ ਚਾਹੀਦਾ ਹੈ। ਮੇਰੀ ਇੰਨੀ ਪ੍ਰਾਰਥਨਾ ਸਰ ਇਹੀ ਕਿਸਾਨ ਸਰੀਨ ਸਾਹਿਬ, ਕਿਸਾਨ ਵੀ ਇਹੀ ਕਹਿ ਰਹੇ ਨੇ ਕਿ ਤੁਸੀਂ ਸਭ ਕੁਝ ਬਦਲਣ ਨੂੰ ਤਿਆਰ ਹੋ, ਫਿਰ ਕਾਨੂੰਨ ਰੱਖਣ ਦੀ ਅੜੀ ਕਿਉਂ? ਨਹੀਂ, ਇੱਕ ਚੀਜ਼ ਮੈਂ ਵੀ ਕਹਿ ਰਿਹਾ ਜੀ, ਇਸ ਸਵਾਲ ਸਿਰਫ ਇਹ ਹੈ ਕਿ ਚਲੋ ਮੇਰੇ ਕੋਲ ਸਮਾਂ ਬਹੁਤ ਪੂਰਾ ਸੀ। ਮੈਂ ਛੋਟਾ ਜਿਹਾ ਕਮੈਂਟ ਲੈਣਾ ਡਾਕਟਰ ਸਾਹਿਬ, ਛੋਟਾ ਜਿਹਾ ਕਮੈਂਟ ਲੈਣਾ, ਮੇਰੇ ਕੋਲ ਸਮਾਂ ਖਤਮ ਹੋ ਚਲਿਆ। ਡਾਕਟਰ ਸਾਹਿਬ, ਇਹ ਪ੍ਰੈਕਟੀਕਲੀ ਪੋਸੀਬਲ ਹੈ ਇਸ ਚੀਜ਼ ਦਾ? ਛੋਟਾ ਜਿਹਾ ਕਮੈਂਟ ਸਰ, 10 ਸੈਕਿੰਡ ਦਾ ਜ਼ਰੂਰ ਦੇ। ਪ੍ਰੈਕਟੀਕਲੀ ਪੋਸੀਬਲ ਹੈ ਕਿ ਬਿਨਾਂ ਪ੍ਰਾਈਵੇਟ ਪਲੇਅਰਾਂ ਤੋਂ ਕਿਸਾਨਾਂ ਦੀ ਆਮਦਨ ਵਧਾ ਦਿੱਤੀ ਜਾਵੇ? ਨਹੀਂ, ਦੇਖੋ ਦੋ ਗੱਲਾਂ ਨੇ, ਜਿਹੜਾ ਮੰਡੀਕਰਨ ਹੈ ਜਾਂ ਜਿਹੜੀ ਖੇਤੀ ਹੈ, ਪ੍ਰੋਸੈਸਿੰਗ 'ਚ ਪ੍ਰਾਈਵੇਟ ਆ ਸਕਦੇ ਨੇ, ਉਹਦੇ 'ਚ ਕੋਈ ਪ੍ਰੋਬਲਮ ਨਹੀਂ। ਪਰ ਜਦੋਂ ਕਿਸਾਨ ਨੂੰ ਵੱਡੇ ਵਪਾਰੀ ਦੇ ਸਾਹਮਣੇ ਵਿਦਆਊਟ ਐਨੀ ਰੈਗੂਲੇਟਰ ਕਿ ਗਵਰਨਮੈਂਟ ਵਿੱਚ ਕਿਉਂ ਨਹੀਂ ਆਉਂਦੀ, ਗਵਰਨਮੈਂਟ ਜਿਹੜੀ ਹੈ ਫਾਰਮਰਸ ਨੂੰ ਗਰੰਟੀ ਦੇਵੇ, ਫਿਰ ਉਹ ਪ੍ਰੋਸੈਸਿੰਗ ਭਾਵੇਂ ਪ੍ਰਾਈਵੇਟ ਤੋਂ ਕਰਾ ਲੇ, ਜਿੱਥੋਂ ਮਰਜ਼ੀ ਕਰਾ ਲੇ। ਪਰ ਜੇ ਡਾਇਰੈਕਟਲੀ ਕੰਪੀਟੀਸ਼ਨ ਇੱਕ ਛੋਟੇ ਫਾਰਮਰ ਦਾ ਤੁਸੀਂ ਵੱਡੇ ਜਿਹੜਾ ਕਾਰਪੋਰੇਟ ਜਾਇੰਟ ਹੈ ਉਹਦੇ ਨਾਲ ਕਰਾਓਗੇ, ਉਹ ਕੰਪੀਟੀਸ਼ਨ ਚੋਂ ਬਾਹਰ ਹੋ ਜਾਏਗਾ। ਇਸ ਲਈ ਇਸ ਕਿਸਮ ਦਾ ਜਿਹੜਾ ਕੰਮ ਨਹੀਂ ਚੱਲੇਗਾ। ਮੈਂ ਸਰੀਨ ਸਾਹਿਬ ਨੂੰ ਸਰ ਤੁਹਾਡਾ ਪੁਆਇੰਟ ਸਾਡੇ ਤੱਕ ਪਹੁੰਚਿਆ, ਮੇਰੇ ਕੋਲ ਸਮਾਂ ਖਤਮ ਹੋ ਚਲਿਆ, ਮੈਂ ਮਾਫੀ ਚਾਹੁੰਦਾ ਕਿ ਵਿਚਾਲੇ ਰੋਕਣਾ ਹੋਏਗਾ ਤੁਹਾਨੂੰ। ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਸਰੀਨ ਸਾਹਿਬ, ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਤਾਂ 7ਵੇਂ ਗੇੜ ਦੀ ਮੀਟਿੰਗ ਚੋਂ ਨਿਕਲਿਆ ਕੁਝ ਨਹੀਂ, 8ਵੇਂ ਗੇੜ ਦੇ ਉੱਤੇ ਇੱਕ ਵਾਰ ਫਿਰ ਤੋਂ ਨਜ਼ਰ ਹੋਏਗੀ ਜੋ 8 ਤਰੀਕ ਨੂੰ ਹੋਣ ਜਾ ਰਹੀ ਹੈ। ਪਰ ਇਸ ਸਭ ਦੇ ਵਿਚਾਲੇ ਹੁਣ ਸਵਾਲ ਹੀ ਹੈ ਕਿ ਗੱਲ ਸਿਰੇ ਚੜੇਗੀ ਕਿਵੇਂ, ਕਿਉਂਕਿ ਦੋਵੇਂ ਧਿਰਾਂ ਆਪੋ ਆਪਣੇ ਸਟੈਂਡ ਦੇ ਉੱਤੇ ਕਾਇਮ ਨੇ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਲਿਆ, ਮਹਿਮਾਨਾਂ ਦਾ ਧੰਨਵਾਦ, ਫੌਰਨ ਵਾਪਸ ਆਵਾਂਗੇ, ਦੱਸਾਂਗੇ ਆਪਣੇ ਦਰਸ਼ਕਾਂ ਨੂੰ। ਅੱਜ ਦੇ ਸਵਾਲ ਦੀ ਹੈ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਪੁੱਛਿਆ, ਸਵਾਲ ਸੀ ਕਿ 26 ਜਨਵਰੀ ਤੋਂ ਪਹਿਲਾਂ ਕੀ ਮਸਲੇ ਦਾ ਹੱਲ ਨਿਕਲਣ ਦੀ ਉਮੀਦ ਤੁਹਾਨੂੰ ਹੈ? ਤਾਂ ਇਸ ਦੇ ਉੱਤੇ ਸਾਡੇ ਦਰਸ਼ਕਾਂ ਦੀ ਰਾਏ ਸਾਡੇ ਤੱਕ ਪਹੁੰਚੀ ਹੈ। ਸਵਾਲ ਪਹਿਲਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੈ। 26 ਜਨਵਰੀ ਦਾ ਜ਼ਿਕਰ ਇਸ ਕਰਕੇ ਕਿਉਂਕਿ ਬਹੁਤ ਅਹਿਮ ਦਿਨ ਹੁੰਦਾ ਹੈ ਤੇ ਉਸ ਦਿਨ ਤੱਕ ਤਾਂ ਜਿਹੜੇ ਕਿਸਾਨ ਆਗੂ ਨੇ ਆਪਣੇ ਪੂਰਾ ਪ੍ਰੋਗਰਾਮ ਵੀ ਉਲੀਕ ਦਿੱਤਾ ਹੈ। 26 ਜਨਵਰੀ ਨੂੰ ਦਿੱਲੀ 'ਚ ਟਰੈਕਟਰ ਮਾਰਚ ਦਾ ਐਲਾਨ ਕੀਤਾ ਗਿਆ ਹੈ। ਤਾਂ ਇਸ ਦੇ ਉੱਤੇ ਜੋ ਰਾਏ ਸਾਡੇ ਕੋਲ ਪਹੁੰਚੀ ਹੈ, ਹੁਣ ਉਹ ਤੁਹਾਡੀ ਟੀਵੀ ਸਕਰੀਨ ਦੇ ਉੱਤੇ 80% ਸਾਡੇ ਦਰਸ਼ਕਾਂ ਨੂੰ ਉਮੀਦ ਨਹੀਂ ਹੈ। 80% ਜਿਹੜੇ ਸਾਡੇ ਕੋਲ ਮੈਸੇजेस ਪਹੁੰਚੇ ਨੇ ਉਸ ਦਾ 80% ਸਾਡੇ ਦਰਸ਼ਕਾਂ ਦਾ ਕਹਿਣਾ ਹੈ ਕਿ 26 ਤਰੀਕ ਤੱਕ ਵੀ ਹੱਲ ਨਹੀਂ ਨਿਕਲੇਗਾ, ਜਦਕਿ 20% ਨੂੰ ਉਮੀਦ ਹੈ ਕਿ 26 ਗਣਰਾਜ ਦਿਹਾੜੇ ਤੋਂ ਪਹਿਲਾਂ 26 ਜਨਵਰੀ ਤੋਂ ਪਹਿਲਾਂ ਹੱਲ ਜ਼ਰੂਰ ਨਿਕਲ ਆਏਗਾ। ਤਾਂ ਉਮੀਦ ਕਰਾਂਗੇ ਕਿ ਹੱਲ ਜਲਦੀ ਨਿਕਲੇ। 26 ਕਿਉਂ, 8 ਤਰੀਕ ਦੀ ਮੀਟਿੰਗ ਹੈ ਜਿਹੜੀ, ਉਸ ਦੇ ਵਿੱਚ ਹੱਲ ਕੋਈ ਨਿਕਲ ਆਵੇ ਤੇ ਕਿਸਾਨ ਆਪਣੇ ਘਰਾਂ ਨੂੰ ਪਰਤਣ, ਅਸੀਂ ਲਗਾਤਾਰ ਇਹ ਉਮੀਦ ਕਰ ਰਹੇ ਹਾਂ। ਫਿਲਹਾਲ ਇਸ ਚਰਚਾ ਦੇ ਵਿੱਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।